ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ। ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੇ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਤੇ ਚਰਚਾ ਕਰਨੀ ਹੈ, ਪਰ ਮਸਲਾ ਜਿਸ ਹਿਸਾਬ ਦੇ ਨਾਲ ਮਨੀਪੁਰ ਦੇ ਵਿੱਚ ਭਖਿਆ ਹੋਇਆ ਹੈ, ਕੇਂਦਰ ਸਰਕਾਰ ਨੇ ਕਹਿ ਦਿੱਤਾ ਕਿ ਹੁਣ ਕੇਸ ਮਨੀਪੁਰ ਤੋਂ ਬਾਅਦ ਚੱਲੇਗਾ, ਮੁਕੱਦਮਾ ਬਾਹਰ ਚਲਾਵਾਂਗੇ। ਇਹ ਜਿਹੜੀ ਖਬਰ ਆਈ ਹੈ, ਇਹਦੇ ਆਉਣ ਵਾਲੇ ਦਿਨਾਂ 'ਚ ਕੀ ਪ੍ਰਭਾਵ ਪੈ ਸਕਦੇ ਆ ਤੇ ਕੀ ਲੱਗਦਾ ਨਤੀਜਾ ਕੋਈ ਨਿਕਲੇਗਾ ਜੀ? ਇਹ ਸਾਰਾ ਕੁਝ ਸਰਕਾਰ ਦੀ ਨੀਤ ਤੇ ਨੀਤੀ ਉੱਤੇ ਨਿਰਭਰ ਕਰੇਗਾ। ਅੱਜ ਪਾਰਲੀਮੈਂਟ ਫਿਰ ਨਹੀਂ ਚੱਲ ਸਕੀ ਤੇ ਹੁਣ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ, ਉਠਾ ਦਿੱਤੀ ਗਈ ਜੀ। ਉੱਥੇ ਕਿਹੜੀ ਗੱਲ ਦਾ ਰੇੜਕਾ? ਪਹਿਲਾਂ ਕਹਿੰਦੇ ਸੀ ਬਹਿਸ ਕਰਾਓ ਮਨੀਪੁਰ ਦੇ ਮੁੱਦੇ ਉੱਤੇ। ਪ੍ਰਧਾਨ ਮੰਤਰੀ ਸਾਹਿਬ ਬੋਲਦੇ ਕਿਉਂ ਨਹੀਂ? ਸਰਕਾਰ ਬਹਿਸ ਨਹੀਂ ਸੀ ਕਰਾਉਂਦੀ, ਕਰਾਉਣਾ ਚਾਹੁੰਦੀ ਸੀ ਤੇ ਆਪਣੇ ਨੁਕਤੇ ਨਾਲ ਕਰਾਉਣਾ ਚਾਹੁੰਦੀ ਸੀ। ਜਿੱਤੇ ਵੋਟਿੰਗ ਨਹੀਂ ਹੁੰਦੀ ਤੇ ਆਪੋਜੀਸ਼ਨ ਦੂਸਰੇ ਨੁਕਤੇ ਤੇ ਕਰਾਉਣਾ ਚਾਹੁੰਦੀ ਸੀ, ਸੰਵਿਧਾਨ ਦੀ ਦੂਸਰੀ ਧਾਰਾ ਹੇਠ, ਜਿਹਦੇ ਵਿੱਚ ਵੋਟਿੰਗ ਵੀ ਹੁੰਦੀ ਹੈ ਤਾਂ ਕਿ ਪਤਾ ਲੱਗ ਜਾਏ ਕਿ ਕਿਹੜੀ ਪਾਰਟੀ ਕਿੱਥੇ ਖੜੀ ਹੈ। ਜਦੋਂ ਨਹੀਂ ਮੰਨੇ ਤੇ ਇਹਨਾਂ ਨੇ ਬੇਭਰੋਸਗੀ ਮਤੇ ਦਾ ਨੋਟਿਸ ਦੇ ਦਿੱਤਾ। ਉਸ ਮਤੇ ਦੇ ਉੱਤੇ ਹੁਣ ਆਪੋਜੀਸ਼ਨ ਕਹਿੰਦੀ ਹੈ ਕਿ ਪਹਿਲਾਂ ਬਹਿਸ ਕਰੋ, ਬਾਕੀ ਕੰਮ ਬਾਅਦ 'ਚ। ਸਰਕਾਰ ਕਹਿੰਦੀ ਹੈ ਜੀ ਉਹ ਬਾਅਦ 'ਚ ਹੋਊਗਾ, ਉਹ ਖੜੇ ਪੈਰ ਨਹੀਂ ਕਰਨਾ। ਇਹ ਕਹਿੰਦੇ ਖੜੇ ਪੈਰ ਕਿਉਂ ਨਹੀਂ ਕਰਨਾ? ਇਹ ਚਾਹੁੰਦੇ ਆ ਕਿ ਇਹਦੇ ਉੱਤੇ ਸਰਕਾਰ ਸਾਫ਼ ਹੋ ਜਾਵੇ ਕਿ ਮਨੀਪੁਰ ਬਾਰੇ ਕੀ ਸੋਚਦੀ ਹੈ ਤੇ ਬਾਕੀ ਪਾਰਟੀਆਂ ਦਾ ਵੀ ਪਤਾ ਲੱਗ ਜੇ ਕਿਹੜੀ ਪਾਰਟੀ ਕਿੱਥੇ ਖੜੀ ਹੈ। ਹੁਣ ਇਹੋ ਹੀ ਮਸਲਾ ਸੁਪਰੀਮ ਕੋਰਟ ਤੱਕ ਵੀ ਚਲਾ ਗਿਆ। ਉਧਰ ਮਨੀਪੁਰ 'ਚ ਜੋ ਕੁਝ ਹੋ ਰਿਹਾ, ਉੱਥੋਂ ਦੇ ਮੁੱਖ ਮੰਤਰੀ ਨੂੰ ਕਿਸੇ ਕਿਸਮ ਦੀ ਕੋਈ ਲੱਥੀ ਚੜੀ, ਕੋਈ ਸ਼ਰਮ ਬਿਲਕੁਲ ਨਹੀਂ ਜਾਪਦੀ। ਜਿੰਨੇ ਜਿਸ ਤਰ੍ਹਾਂ ਵਿਹਾਰ ਕਰ ਰਿਹਾ ਤੇ ਜਿਵੇਂ ਉਹਦੀ ਸਰਕਾਰ ਵਿਹਾਰ ਕਰ ਰਹੀ ਹੈ, ਜਿਵੇਂ ਉਹਦੀ ਪੁਲਿਸ ਵਿਹਾਰ ਕਰ ਰਹੀ ਹੈ, ਉਹ ਸਾਰਾ ਕੁਝ ਦੁਨੀਆ ਭਰ ਦੇ ਵਿੱਚ ਭਾਰਤ ਦੀ ਬਦਨਾਮੀ ਦਾ ਕਾਰਨ ਬਣਦਾ ਪਿਆ। ਜਿਹੜਾ ਛੋਟਾ ਭਾਈਚਾਰਾ, ਉਹਨੂੰ ਜਿੰਨੀ ਕੁੱਟ ਪਈ ਆ, ਜਿੰਨੇ ਉਹਨਾਂ ਦੇ ਲੋਕ ਮਾਰੇ ਗਏ ਆ, ਉਹਦੇ ਅਜੇ ਪੂਰੇ ਵੇਰਵੇ ਨਹੀਂ ਮਿਲੇ। ਅਜੇ ਜੇ ਵੇਰਵੇ ਸਾਰੇ ਮਿਲਣਗੇ ਤੇ ਫਿਰ ਪਤਾ ਲੱਗੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ, ਕਿੰਨੀਆਂ ਔਰਤਾਂ ਦੀ ਬੇਇੱਜ਼ਤੀ ਹੋਈ, ਸਾਰਾ ਕੁਝ ਪਤਾ ਲੱਗ ਜਾਏਗਾ। ਅਜੇ ਤੱਕ ਉਸ ਮੁੱਦੇ ਤੇ ਬਹੁਤੀ ਗੱਲ ਸਾਹਮਣੇ ਨਹੀਂ ਆ ਰਹੀ। ਰਿਪੋਰਟਾਂ ਅੱਧ ਵਿਚਾਲੇ ਖੜੀਆਂ ਨੇ। ਮੈਂ ਸਮਝਦਾ ਕਿ ਉਸ ਸਰਕਾਰ ਦੇ ਹੁੰਦਿਆਂ ਸਾਰਾ ਕੁਝ ਸਾਹਮਣੇ ਆ ਨਹੀਂ ਸਕਦਾ। ਆਪੋਜੀਸ਼ਨ ਦੀ ਇਹ ਮੰਗ ਠੀਕ ਹੈ ਕਿ ਉਹ ਜਿਹੜਾ ਪੁਰਾਣਾ ਕਾਂਗਰਸੀ ਸੀ ਤੇ ਅੱਜ ਕੱਲ੍ਹ ਦਾ ਭਾਜਪਾਈ ਮੁੱਖ ਮੰਤਰੀ ਆ, ਉਹਦੀ ਸਰਕਾਰ ਤੋੜ ਕੇ ਤੇ ਗਵਰਨਰੀ ਰਾਜ ਲਾਗੂ ਕਰ ਦੇਣਾ ਚਾਹੀਦਾ। ਹੋਰ ਦੂਜੇ ਸੂਬਿਆਂ 'ਚ ਗਵਰਨਰ ਕਹਿੰਦੇ ਇੱਥੇ ਤੇ ਗਵਰਨਰੀ ਰਾਜ ਲਾਗੂ ਕਰ ਦੇਣਾ ਚਾਹੀਦਾ, ਉੱਥੋਂ ਦੀ ਭਾਜਪਾ ਵੀ ਕਹਿੰਦੀ ਹੈ। ਪਰ ਜਿੱਥੇ ਸਭ ਤੋਂ ਵੱਧ ਗੰਦ ਪਿਆ ਤੇ ਜਿਹਦੀ ਇਸ ਵੇਲੇ ਦੁਨੀਆ ਭਰ 'ਚ ਚਰਚਾ ਹੋ ਰਹੀ ਹੈ, ਉਹਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਇਕੱਠੀਆਂ ਨੇ। ਮਨੀਪੁਰ 'ਚ ਸਰਕਾਰ ਚੱਲੀ ਜਾਂਦੀ ਆ, ਰੌਲਾ ਪੈਂਦਾ ਤੇ ਪਈ ਜਾਂਦਾ। ਇਹਦੇ ਵਿੱਚ ਸਿਰਫ ਇੱਕ ਗੱਲ ਥੋੜ੍ਹੀ ਜਿਹੀ ਤਸੱਲੀ ਵਾਲੀ ਹੋਈ ਆ, ਉਹ ਇਹ ਕਿ ਪਹਿਲਾਂ ਤਾਂ ਕੱਲ ਇਹ ਬਿਆਨ ਆ ਗਿਆ ਸੀ ਕਿ ਸਰਕਾਰ ਚਾਹੁੰਦੀ ਹੈ ਕਿ ਸਾਰੇ ਕੇਸ ਦੀ ਪੜਤਾਲ ਉਸ ਰਾਜ ਦੀਆਂ ਏਜੰਸੀਆਂ ਨਾ ਕਰਨ ਤੇ ਕੇਂਦਰ ਦੀ ਜਾਂਚ ਏਜੰਸੀ CBI ਕਰੇ। ਉੱਦਾਂ CBI ਕਿਹਦੀ ਹੈ? CBI ਵੀ ਤੇ ਹਮੇਸ਼ਾ ਤੋਂ ਰਾਜ ਕਰਦੀ ਪਾਰਟੀ ਦੀ ਰਹੀ ਹੈ। ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਉਸ ਸਰਕਾਰ ਵੇਲੇ ਸੁਪਰੀਮ ਕੋਰਟ ਵਿੱਚ CBI ਦਾ ਡਾਇਰੈਕਟਰ ਪੇਸ਼ ਹੋਇਆ ਤੇ ਜੱਜ ਸਾਹਿਬਾਨ ਨੇ ਉਹਨੂੰ ਆਖਿਆ ਸੀ ਕਿ ਤੁਸੀਂ ਕਰਦੇ ਕੀ ਪਏ ਹੋ? ਤੁਸੀਂ ਐਡੀ ਵਧੀਆ ਏਜੰਸੀ ਸੀ ਜਿਹਨੂੰ ਤੁਸੀਂ ਰੋਲ ਕੇ ਰੱਖ ਦਿੱਤਾ ਔਰ ਇਹ ਇਸ ਵੇਲੇ ਲੀਡਰਾਂ ਦੇ ਪਿੰਜਰੇ ਦਾ ਤੋਤਾ ਬਣਾ ਛੱਡੀ। ਤੁਸੀਂ ਕਰਦੇ ਕਿਉਂ? ਔਰ ਉਹ ਚੁੱਪ ਕਰਕੇ ਨੀਵੀਂ ਪਾ ਕੇ ਸੁਣੀ ਗਿਆ ਸੀ। ਬਾਹਰ ਆਏ ਨੂੰ ਪੁੱਛਿਆ ਤੇ ਕਹਿੰਦਾ ਇਹ ਸੁਪਰੀਮ ਕੋਰਟ ਵੱਡੀ ਹੈ, ਉਹਨੂੰ ਕੁਝ ਵੀ ਕਹਿਣ ਦਾ ਹੱਕ ਹੈ, ਮੈਂ ਇਹਦੇ ਬਾਰੇ ਟਿੱਪਣੀ ਨਹੀਂ ਕਰਨੀ। ਪਰ ਬਾਅਦ ਵਿੱਚ ਪਤਾ ਲੱਗਾ ਸੀ ਕਿ ਉਹ ਆਪ ਵੀ ਬਹੁਤ ਸਾਰੇ ਮਾਮਲਿਆਂ 'ਚ ਗਲਤ ਕੰਮ ਕਰਦਾ ਸੀ, ਫਸ ਸਕਦਾ ਸੀ, ਪਰ ਉਹਦਾ ਲਿਹਾਜ਼ ਹੋ ਗਿਆ ਸੀ। ਹੁਣ ਉਹਦੇ ਤੋਂ ਬਾਅਦ ਇਹ ਜਦੋਂ ਕੇਂਦਰ ਸਰਕਾਰ ਕਹਿੰਦੀ ਅਸੀਂ CBI ਤੋਂ ਪੜਤਾਲ ਕਰਾਵਾਂਗੇ ਤੇ CBI ਕਿਹੜੀ ਦੁੱਧ ਧੋਤੀ ਹੈ। ਪਿਛਲੇ ਸਮੇਂ 'ਚ ਉਹਦਾ ਕਨਵਿਕਸ਼ਨ ਰੇਟ ਇੱਦਾਂ ਦਾ, ਇੰਨੇ ਥੋੜ੍ਹੇ ਕੇਸ ਉਹਦੇ ਹੱਲ ਹੁੰਦੇ, ਸਿਰੇ ਚੜ੍ਹਦੇ ਆ ਕਿ ਲੋਕੀ ਸੁਣ ਕੇ ਹੱਸ ਪੈਂਦੇ ਆ। ਉਹਦਾ ਅੱਗਾ ਸ਼ੇਰ ਦਾ ਪਿੱਛਾ ਗਿੱਦੜ ਦਾ ਵੀ ਹੈ ਨਹੀਂ। ਪਹਿਲਾਂ ਕੋਈ ਕੇਸ ਦੇ ਦਿਓ, ਛਾਲ ਮਾਰ ਕੇ ਪੁੱਬ ਮਾਰ ਕੇ ਪੈਂਦੀ ਆ, ਗੇੜੇ ਤੇ ਗੇੜਾ ਲੋਕਾਂ ਨੂੰ ਘੇਰ ਕੇ ਤੇ ਬਿਆਨ ਲੈਂਦੀ ਆ, ਘਰਾਂ 'ਚ ਜਾ ਕੇ ਰਾਤ ਦਿਨ ਤੰਗ ਕਰਦੀ ਆ ਤੇ ਬਾਅਦ ਵਿੱਚ ਸਲੋ ਹੋ ਜਾਂਦੀ ਹੈ। ਫਿਰ 3-3 ਸਾਲ 4-4 ਸਾਲ ਕਰਦੀ ਕੱਖ ਨਹੀਂ। ਆ ਬਰਗਾੜੀ ਕਾਂਡ 'ਚ ਅਸੀਂ ਵੇਖਿਆ 3 ਸਾਲ ਤੱਕ ਫਾਈਲ ਠੱਪ ਕਰਕੇ ਬੈਠੀ ਰਹੀ ਤੇ ਜਦੋਂ ਅਦਾਲਤ ਕੋਈ ਫੈਸਲਾ ਕਰਨ ਲੱਗੀ ਤੇ ਆ ਕੇ ਕਹਿਤਾ ਜੀ 3 ਸਾਲ ਪਹਿਲਾਂ ਅਸੀਂ ਪੜਤਾਲ ਕਰ ਲਈ ਸੀ, ਨਾ ਉੱਤੇ ਫਿੰਗਰਪ੍ਰਿੰਟ ਮਿਲੇ ਆ, ਨਾ ਪੈਰਾਂ ਦੇ ਨਿਸ਼ਾਨ ਮਿਲੇ ਆ। ਤੇ ਜੇ ਇੰਨੀ ਗੱਲ ਕਹਿਣੀ ਸੀ 3 ਸਾਲ ਫਾਈਲ ਠੱਪ ਕਿਉਂ ਕਰ ਛੱਡੀ ਸੀ, ਉਦੋਂ ਹੀ ਕਹਿ ਦਿੰਦੇ। ਇਹਦੇ ਤੋਂ ਪਤਾ ਲੱਗ ਜਾਂਦਾ ਕਿ CBI ਕਿੰਨੀ ਕੁ ਤੇਜ਼ ਤਰਾਰ ਰਿਹਾ ਤੇ ਕਿੰਨਾ ਕੁ ਉਹ ਇਨਸਾਫ ਕਰ ਸਕਦੀ ਹੈ। ਹੁਣ ਕੇਂਦਰ ਸਰਕਾਰ ਨੇ ਅਗਲੀ ਗੱਲ ਕਹਿਤੀ ਜਿਹੜੀ ਸੁਪਰੀਮ ਕੋਰਟ 'ਚ ਕਈਆਂ ਲੋਕਾਂ ਨੂੰ ਇਹ ਵੀ ਤਸੱਲੀ ਵਾਲੀ ਜਾਪ ਸਕਦੀ ਹੈ, ਉਹ ਇਹ ਕਿ ਅਸੀਂ ਇਸ ਕੇਸ ਦੀ ਸੁਣਵਾਈ, ਇਹਦਾ ਮੁਕੱਦਮਾ ਜਿਹੜਾ ਉੱਥੇ ਮਨੀਪੁਰ ਦੀ ਕਿਸੇ ਅਦਾਲਤ ਵਿੱਚ ਨਹੀਂ ਕਰਾਵਾਂਗੇ, ਇਹਦੀ ਸੁਣਵਾਈ ਕਿਸੇ ਦੂਸਰੇ ਰਾਜ ਨੂੰ ਸ਼ਿਫਟ ਕਰਨਾ ਚਾਹੁੰਦੇ ਹਾਂ। ਉਹ ਸੁਪਰੀਮ ਕੋਰਟ ਵਿੱਚ ਅਰਜੀ ਦੇ ਦਿੱਤੀ ਹੈ। ਸੁਪਰੀਮ ਕੋਰਟ ਆਰਡਰ ਕਰ ਸਕਦੀ ਹੈ ਕਿ ਉੱਥੋਂ ਕਿਸੇ ਦੂਸਰੇ ਰਾਜ ਵਿੱਚ ਮੁਕੱਦਮਾ ਸ਼ਿਫਟ ਕਰ ਦਿੱਤਾ ਜਾਵੇ। ਪਿਛਲੇ ਸਮੇਂ ਵਿੱਚ ਮੁਕੱਦਮੇ ਸ਼ਿਫਟ ਹੁੰਦੇ ਰਹੇ। ਜਦੋਂ ਸ਼ਿਫਟ ਹੋਣ ਉਹਨਾਂ 'ਚ ਇਨਸਾਫ ਵੀ ਹੋਇਆ ਤੇ ਕਈ ਮਾਮਲੇ ਇਹੋ ਜਿਹੇ ਵੀ ਹੈ ਜਿੱਥੇ ਲੋਕਾਂ ਨੇ ਆਖਿਆ ਕਿ ਇਨਸਾਫ ਨਹੀਂ ਹੋਇਆ। ਹੁਣ ਮਿਸਾਲ ਦੇ ਤੌਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦਾ MLA ਸੀ ਕੁਲਦੀਪ ਸਿੰਘ ਸੇਂਗਰ, ਉਹਦੇ ਤੇ ਬਲਾਤਕਾਰ ਦਾ ਵੀ ਕੇਸ ਸੀ, ਕਤਲ ਦਾ ਨਹੀਂ ਬਲਕਿ ਕਤਲਾਂ ਦੇ ਕੇਸ ਸੀਗੇ
ਤੇ ਉੱਥੋਂ ਦੀ ਸਰਕਾਰ ਪੂਰੀ ਯੋਗ ਦਿੱਤਿਆ ਨਾਲ ਦੀ ਆਪਣੇ ਐਮਐਲਏ ਨੂੰ ਬਚਾਉਣਾ ਚਾਹੁੰਦੀ ਸੀ। ਜਦੋਂ ਸੁਪਰੀਮ ਕੋਰਟ 'ਚ ਅਰਜੀ ਗਈ, ਉੱਥੋਂ ਉੱਤਰ ਪ੍ਰਦੇਸ਼ ਤੋਂ ਕੇਸ ਦਿੱਲੀ ਟ੍ਰਾਂਸਫਰ ਕਰ ਦਿੱਤਾ ਤੇ ਦਿੱਲੀ ਆ ਕੇ ਉਹਨੂੰ ਉਮਰ ਕੈਦ ਹੋ ਗਈ ਸੀ। ਇਦਾਂ ਦਾ ਹੀ ਇੱਥੇ ਜੰਮੂ ਕਸ਼ਮੀਰ ਦੇ ਕਠੂਆ 'ਚ ਵਾਕਿਆ ਸੀ। ਉੱਥੇ ਇੱਕ ਲੜਕੀ ਨਾਲ ਰੇਪ ਹੋਇਆ ਸੀ, ਉਹਦੀ ਮੌਤ ਵੀ ਹੋਈ ਸੀ, ਉਹ ਨਾਬਾਲਗ ਵੀ ਸੀ। ਉਸ ਮਾਮਲੇ ਦੇ ਵਿੱਚ ਇੱਕ ਧਾਰਮਿਕ ਸਥਾਨ ਦਾ ਪੁਜਾਰੀ ਵੀ ਫਸਦਾ ਸੀ। ਉੱਥੇ ਇਨਸਾਫ ਨਹੀਂ ਸੀ ਮਿਲ ਰਿਹਾ। ਅਦਾਲਤ ਦੇ ਵਿੱਚ ਜਾ ਕੇ ਅਰਜੀ ਦਿੱਤੀ ਗਈ, ਉਹਨਾਂ ਟ੍ਰਾਂਸਫਰ ਕਰ ਦਿੱਤਾ ਕੇਸ, ਤੇ ਕੇਸ ਟ੍ਰਾਂਸਫਰ ਕਰਕੇ ਕਠੂਏ ਤੋਂ ਸਿਰਫ ਰਾਵੀ ਦਰਿਆ ਟੱਪ ਕੇ ਤੁਰੇ ਪਠਾਨਕੋਟ ਚ ਲਾਤਾ ਜੀ। ਲੋਕੀ ਕਹਿੰਦੇ ਸੀ ਕਿੰਨਾ ਕੁ ਫਰਕ ਪਿਆ, 40 ਕਿਲੋਮੀਟਰ ਦੂਰ ਹੀ ਹੈ, ਪਰ ਉਹ 40 ਕਿਲੋਮੀਟਰ ਨਾਲ ਸਟੇਟ ਬਦਲ ਜਾਂਦੀ ਸੀ। ਜੰਮੂ ਕਸ਼ਮੀਰ ਦੇ ਹਾਲਾਤ ਹੋਰ ਸੀ, ਪੰਜਾਬ ਦੇ ਪਠਾਨਕੋਟ ਦੇ ਹੋਰ ਸੀ। ਇੱਥੇ ਆਏ ਦੋਸ਼ੀਆਂ ਨੂੰ ਸਜ਼ਾਵਾਂ ਹੋ ਗਈਆਂ ਸੀ। ਹੁਣ ਇਹ ਮਨੀਪੁਰ ਵਾਲਿਆਂ ਦਾ ਕੇਸ, ਜੇ ਤਾਂ ਉੱਥੇ ਭਾਜਪਾ ਸਰਕਾਰ ਹੈ ਤੇ ਅੱਗੋਂ ਕੇਸ ਵੀ ਜਾ ਕੇ ਉਸੇ ਰਾਹ 'ਚ ਲੱਗ ਜਾਵੇ ਜਿੱਥੇ ਭਾਜਪਾ ਦੀ ਸਰਕਾਰ ਹੈ, ਫਿਰ ਤਾਂ ਲੋਕੀ ਕਹਿਣਗੇ ਜੀ ਘੱਟੇ ਕੌਡੀਆਂ ਰਲਾਉਣ ਵਾਸਤੇ, ਆਪਣੇ ਬੰਦੇ ਬਚਾਉਣ ਵਾਸਤੇ ਕੀਤਾ ਗਿਆ। ਜਾਂ ਤਾਂ ਇਹ ਕੇਸ ਉਸ ਸੂਬੇ ਜਾਵੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ, ਨਿਊਟਰਲ ਗਿਣਿਆ ਜਾਂਦਾ ਹੋਵੇ, ਫਿਰ ਤੇ ਕੋਈ ਇਨਸਾਫ ਦੀ ਆਸ ਹੋ ਸਕਦੀ ਹੈ। ਨਹੀਂ ਤੇ ਸਰਕਾਰ ਜਿੱਥੇ ਮਰਜ਼ੀ ਲਵਾ ਲਵੇ। ਲੋਕਾਂ ਦਾ ਜੇ ਭਰੋਸਾ ਨਹੀਂ ਵੱਜ ਰਿਹਾ, ਭਰੋਸਾ ਬਣਾਉਣ ਦਾ ਸਵਾਲ 100 ਸਵਾਲਾਂ ਦਾ ਸਵਾਲ ਬਣਿਆ ਪਿਆ ਜੀ। ਬਿਲਕੁਲ ਪ੍ਰਮ ਸਾਹਿਬ, 100 ਸਵਾਲਾਂ ਦਾ ਇੱਕ ਸਵਾਲ ਹੈ। ਤੇ ਦੂਸਰੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਗਵਰਨਰ ਸਾਹਿਬ ਉਹਨਾਂ ਇਲਾਕਿਆਂ ਵਿੱਚ ਗਏ ਜਿੱਥੇ ਹੜ੍ਹ ਨੇ ਮਾਰ ਕੀਤੀ ਹੈ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ, ਤੇ ਨਾਲ ਹੀ ਇਹ ਵੀ ਗੱਲ ਕਹਿਤੀ ਹੈ ਕਿ ਸਰਕਾਰ ਨੇ ਸਹੀ ਤਰੀਕੇ ਨਾਲ ਪ੍ਰਬੰਧ ਨਹੀਂ ਕੀਤੇ। ਇਹ ਵੀ ਕਹਿ ਦਿੱਤਾ ਕਿ ਅਸੀਂ ਆਉਂਦੇ ਦਿਨਾਂ ਨੂੰ ਸਰਵੇ ਕਰਵਾ ਰਹੇ ਹਾਂ, 25% ਹੋ ਗਿਆ ਤੇ 100% ਜਲਦੀ ਹੋ ਗਿਆ, ਤੇ ਉਸ ਹਿਸਾਬ ਦੇ ਨਾਲ ਦੇਖਾਂਗੇ ਕੀ ਮਦਦ ਕਰਨੀ ਹੈ। ਜਿਹੜੀ ਇਹ ਗੱਲ ਕਹੀ ਹੈ ਕਿ ਉੱਥੇ ਕੁਝ ਵੀ ਨਹੀਂ ਕੀਤਾ ਗਿਆ, ਸਰਕਾਰ ਨੇ ਪ੍ਰਬੰਧ ਨਹੀਂ ਕੀਤੇ, ਇਹਨੂੰ ਕਿਵੇਂ ਦੇਖਦੇ ਆ ਜੀ? ਦੇਖੋ, ਪੰਜਾਬ ਦੇ ਗਵਰਨਰ ਸਾਹਿਬ ਜਿੱਦਾਂ ਦੀ ਬੋਲੀ ਬੋਲਦੇ ਆ, ਉਹ ਗਵਰਨਰ ਵਾਲੀ ਬੋਲੀ ਨਹੀਂ, ਸਾਰੀ ਦੀ ਸਾਰੀ ਸਿਆਸੀ ਲੀਡਰ ਵਾਲੀ ਬੋਲੀ ਬੋਲਦੇ ਪਏ ਆ। ਕੱਲ ਜਦੋਂ ਗਿੱਦੜਪਿੰਡੀ ਵਾਲੇ ਪਾਸੇ ਗਏ ਸੀ, ਜਿੱਥੋਂ ਦਰਿਆ ਦੇ ਪੁਲ ਤੋਂ ਰੇਲ ਵੀ ਲੰਘਦੀ ਹੈ ਤੇ ਸੜਕ ਵੀ ਲੰਘਦੀ ਹੈ। ਅੱਜ ਕੱਲ ਤਾਂ ਹਾਈਵੇ ਦਾ ਪੁਲ ਵੱਖਰਾ ਬਣ ਗਿਆ, ਪਰ ਜਿਹੜਾ ਪੁਰਾਣਾ ਪੁਲ ਆ ਉਹ ਤਾਂ ਰੇਲ ਤੇ ਸੜਕ ਵਾਲਾ ਜੇ ਇਕੱਠਾ ਹੀ ਆ। ਉਹ ਵੀ ਜਾ ਕੇ ਵੇਖ ਕੇ ਆਏ ਨੇ, ਉੱਥੋਂ ਸਾਰਾ ਕੋਈ ਘੁੰਮ ਕੇ ਆਏ ਨੇ। ਜਲੰਧਰ ਦੇ ਡਿਪਟੀ ਕਮਿਸ਼ਨਰ ਉਹਨਾਂ ਦੇ ਨਾਲ ਸੀ, ਉੱਥੋਂ ਦੇ ਅਫਸਰ ਨਾਲ ਸੀ। ਉੱਥੇ ਪੱਤਰਕਾਰਾਂ ਦੇ ਸਾਹਮਣੇ ਉਹਨਾਂ ਨੇ ਮੁੜ ਕੇ ਆਖਿਆ ਕਿ ਸਾਡੀ ਸਰਕਾਰ ਚੰਗਾ ਕੰਮ ਕਰ ਰਹੀ ਹੈ, ਪ੍ਰਸ਼ਾਸਨ ਚੰਗਾ ਕੰਮ ਕਰ ਰਿਹਾ। ਮੈਂ ਲੋਕਾਂ ਨੂੰ ਕਹਿੰਦਾ ਠਰਮਾ ਰੱਖੋ, ਤੁਸੀਂ ਤਸੱਲੀ ਰੱਖੋ, ਸਾਡੀ ਸਰਕਾਰ ਸਾਰਾ ਕੁਝ ਕਰੇਗੀ। ਗਵਰਨਰ ਸਾਹਿਬ ਨੇ ਇਹ ਵੀ ਆਖਿਆ ਕਿ ਜਿਹੜੀ ਪੁਲ ਦੇ ਥੱਲੇ ਗਾਰ ਬੈਠੀ ਆ, ਇੰਨੇ ਚਿਰ ਦੇ ਵਿੱਚ ਜੇ ਕਢਵਾ ਦਿੱਤੀ ਜਾਵੇਗੀ ਤਾਂ ਕਿ ਮੁੜ ਕੇ ਕੋਈ ਪ੍ਰੋਬਲਮ ਨਾ ਆਵੇ। ਇਹ ਸਾਰੀਆਂ ਗੱਲਾਂ ਆਖੀਆਂ। ਉੱਥੇ ਹੀ ਉਹਨਾਂ ਨੇ ਇੱਕ ਗੱਲ ਇਹ ਵੀ ਕਹਿਤੀ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਮੇਰੇ ਪੁੱਤਰਾਂ ਵਰਗਾ, ਉੱਦਾਂ ਕੁਝ ਮਾਮਲਿਆਂ ਦੇ ਵਿੱਚੋਂ ਜਿਹੜੀਆਂ ਗੱਲਾਂ ਕਰਦਾ ਮੈਨੂੰ ਪ੍ਰਵਾਨ ਨਹੀਂ, ਪਰ ਉਹ ਹੈ ਮੇਰੇ ਪੁੱਤਰਾਂ ਵਰਗਾ। ਆਹ ਗੱਲ ਉਹਨਾਂ ਨੇ ਅਜੇ ਤੱਕ ਨਹੀਂ ਸੀ ਆਖੀ, ਇੱਥੇ ਆ ਕੇ ਕਿਉਂ ਆਖਤੀ? ਜਦੋਂ ਚੰਡੀਗੜ੍ਹ ਚਲੇ ਗਿਆ ਤੇ ਚੰਡੀਗੜ੍ਹ ਜਾਂਦਿਆਂ ਪਤਾ ਨਹੀਂ, ਜਾਂ ਤਾਂ ਫਿਰ ਦਿੱਲੀ ਗੱਲ ਹੋ ਗਈ ਹੋਵੇਗੀ, ਉਹਨਾਂ ਦੀ ਬੋਲੀ ਫਿਰ ਬਦਲ ਗਈ ਆ। ਹੁਣ ਉਹਨਾਂ ਨੇ ਫਿਰ ਕਹਿਣਾ ਸ਼ੁਰੂ ਕਰਤਾ ਕਿ ਪੰਜਾਬ ਦੀ ਸਰਕਾਰ ਨੇ ਪਹਿਲਾਂ ਅਗੇਤੇ ਜਿਹੜੇ ਲੋੜੀਂਦੇ ਪ੍ਰਬੰਧ ਸੀ ਉਹ ਨਹੀਂ ਕੀਤੇ। ਜੇ ਕੀਤੇ ਹੁੰਦੇ ਤੇ ਬਚਾਅ ਦੇ ਪ੍ਰਬੰਧ ਉਦੋਂ ਕੀਤੇ ਹੁੰਦੇ ਤੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਇਹ ਬਿਲਕੁਲ ਨਹੀਂ ਸੀ ਆਉਣੀ। ਪਤਾ ਨਹੀਂ ਗਵਰਨਰ ਸਾਹਿਬ ਕਿੱਦਾਂ ਦੇ ਪ੍ਰਬੰਧ ਕਹਿੰਦੇ ਆ, ਤੇ ਕਿਹੜਾ ਸੂਬਾ ਜਿੱਥੇ ਕੀਤੇ ਗਏ ਹੜ੍ਹ। ਤਾਂ ਉੱਥੇ ਗੁਜਰਾਤ ਵਿੱਚ ਵੀ ਆਏ, ਜਦੋਂ ਪੰਜਾਬ ਵਿੱਚ ਹੜ੍ਹ ਸੀ ਤੇ ਲੋਕੀ ਰੋਲਦੇ ਫਿਰਦੇ ਸੀ, ਇੱਥੇ ਬੜੀ ਹੁੰਦੀ ਸੀ, ਮੁੱਖ ਮੰਤਰੀ ਦੀ ਉਹਦੀ ਟੀਮ ਵੀ ਤੁਰੀ ਫਿਰਦੀ ਸੀ, ਗਵਰਨਰ ਸਾਹਿਬ ਵੀ ਦੌਰੇ ਕਰ ਰਹੇ ਸੀ। ਉਦੋਂ ਗੁਜਰਾਤ ਦੇ ਜੂਨਾਗੜ੍ਹ ਸ਼ਹਿਰ ਦੇ ਵਿੱਚ ਹੜ੍ਹ ਆਏ ਤੋਂ ਅਸੀਂ ਵੇਖਿਆ ਕਿ ਉਸੇ ਪਾਣੀ 'ਚ ਕਾਰਾਂ ਰੁੜੀਆਂ ਜਾਂਦੀਆਂ ਤੇ ਉਸੇ ਵਿੱਚ ਲੋਕਾਂ ਦੀਆਂ ਮੱਝਾਂ ਰੁੜੀਆਂ ਜਾਂਦੀਆਂ ਸੀ। ਕਿ ਗੁਜਰਾਤ ਦੀ ਸਰਕਾਰ ਵੀ ਨਿਕੰਮੀ ਹੈ? ਉੱਥੋਂ ਦੇ ਗਵਰਨਰ ਨੇ ਤੇ ਉੱਥੋਂ ਦੀ ਸਰਕਾਰ ਨੂੰ ਆਖਿਆ ਨਹੀਂ। ਜਿਹੜਾ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਹੜ੍ਹ ਆਏ ਨੇ, ਉੱਤਰਾਖੰਡ ਵਿੱਚ ਵੀ ਆਏ ਨੇ, ਹੋਰ ਕਈਆਂ ਥਾਵਾਂ ਤੇ ਆਏ ਨੇ। ਉੱਤਰਾਖੰਡ ਵਿੱਚ ਸਾਡੇ ਨਾਲ ਵੱਧ ਨੁਕਸਾਨ ਹੁੰਦਾ ਪਿਆ ਕਿ ਉੱਤਰਾਖੰਡ ਦੀ ਸਰਕਾਰ ਨੂੰ ਉੱਥੋਂ ਦੇ ਗਵਰਨਰ ਨੇ ਇਹ ਗੱਲ ਆਖੀ ਹੈ ਕਿ ਤੁਸੀਂ ਅਗੇਤੇ ਪ੍ਰਬੰਧ ਨਹੀਂ ਕੀਤੇ, ਤੁਸੀਂ ਤਾਂ ਬਹੁਤ ਨਿਕੰਮੇ ਲੋਕ ਆ, ਬਿਲਕੁਲ ਕੱਖ ਨਹੀਂ ਕਰਦੇ, ਇਸ ਕਰਕੇ ਇੱਥੇ ਹੜ੍ਹ ਆ ਗਿਆ। ਉੱਥੋਂ ਦੇ ਗਵਰਨਰ ਨੇ ਕੁਝ ਨਹੀਂ ਆਖਿਆ। ਬਾਕੀ ਸੂਬਿਆਂ 'ਚ ਵੀ ਕਈਆਂ 'ਚ ਹੜ੍ਹ ਆਏ ਪਏ ਨੇ, ਔਰ ਹੜ੍ਹਾਂ ਦੀ ਸਥਿਤੀ ਤਾਂ ਇਸ ਵੇਲੇ ਜਿਹੜੀ ਉੱਥੇ ਮਹਾਰਾਸ਼ਟਰ ਦੇ ਵਿੱਚ ਵੀ ਸਰਕਾਰ ਦੇ ਕੰਟਰੋਲ ਤੋਂ ਬਾਹਰ ਆ। ਮੁੰਬਈ ਸ਼ਹਿਰ ਜਾਮ ਹੋਇਆ ਪਿਆ, ਕਈਆਂ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਬਹੁਤ ਨਾਜ਼ੁਕ ਹੈ। ਉਹਨਾਂ ਸਾਰੀਆਂ ਥਾਵਾਂ ਤੇ ਜਿਹੜੀ ਹੜ੍ਹ ਪ੍ਰਭਾਵਿਤਾਂ ਦੀ ਮਦਦ ਆ ਲੋੜ ਜੋਗੀ ਨਹੀਂ ਹੋ ਰਹੀ ਤੇ ਸਾਰੇ ਪਾਸਿਆਂ ਤੋਂ ਰੌਲਾ ਪੈ ਰਿਹਾ, ਆਪੋਜੀਸ਼ਨ ਬੜੀ ਕਰਦੀ ਪਈ ਆ। ਉੱਥੇ ਸਰਕਾਰ ਭਾਜਪਾ ਦੇ ਕੰਟਰੋਲ ਵਾਲੀ ਆ, ਜਿਹੜੀ ਸ਼ਿਵ ਸੈਨਾ ਦੇ ਬਾਗੀ ਲੀਡਰ ਏਕਨਾਥ ਸ਼ਿੰਦੇ ਨੂੰ ਅੱਗੇ ਲਾ ਕੇ ਬਣਾਈ ਆ। ਭਾਜਪਾ ਦਾ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਇਹਦੇ ਨਾਲ ਡਿਪਟੀ ਮੁੱਖ ਮੰਤਰੀ ਆ, ਪਰ ਅਸਲ 'ਚ ਮੁੱਖ ਮੰਤਰੀ ਦੇ ਤੌਰ ਤੇ ਸਰਕਾਰ ਉਹ ਚਲਾ ਰਿਹਾ। ਹੁਣ ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ ਵੀ ਇਹਨਾਂ ਨਾਲ ਚਲਾ ਗਿਆ ਤੇ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ। ਸਾਰੀ ਸਰਕਾਰ ਇਹਨਾਂ ਦੇ ਕੰਟਰੋਲ 'ਚ ਆ। ਕਿ ਮਹਾਰਾਸ਼ਟਰ ਦੇ ਵਿੱਚ ਹੜ੍ਹ ਕੰਟਰੋਲ 'ਚ ਆ ਗਏ? ਜੇ ਨਹੀਂ ਆਏ ਤੇ ਕੀ ਮਹਾਰਾਸ਼ਟਰ ਦੇ ਗਵਰਨਰ ਨੇ ਉਹ ਗੱਲ ਉੱਥੋਂ ਦੀ ਸਰਕਾਰ ਬਾਰੇ ਆਖੀ ਹੈ ਜਿਹੜੀ ਪੰਜਾਬ ਦਾ ਗਵਰਨਰ ਪੰਜਾਬ ਦੀ ਸਰਕਾਰ ਬਾਰੇ ਕਹਿ ਰਿਹਾ? ਆ ਸਾਡੇ ਗਵਾਂਢ ਹਰਿਆਣੇ 'ਚ ਜੋ ਕੁਝ ਹੁੰਦਾ ਪਿਆ, ਉੱਥੇ ਸਥਿਤੀ ਹੱਥੋਂ ਨਿਕਲੀ ਪਈ ਆ। ਉੱਥੇ ਤਾਂ ਹਾਲਤ ਇਹ ਆ ਕਿ 5 ਜੁਲਾਈ ਤੋਂ ਲੈ ਕੇ ਉਹਨਾਂ ਦੇ ਰੈਵਨਿਊ ਦੇ ਕਲਰਕ ਜਿਹੜੇ ਨੇ ਉਹ ਸਾਰੇ ਹੜਤਾਲ ਕਰਕੇ ਬੈਠੇ ਆ, ਔਰ ਇਹਨਾਂ 23 ਦਿਨਾਂ ਦੇ ਵਿੱਚ 50,000 ਤੋਂ ਵੱਧ ਲੋਕਾਂ ਦੀਆਂ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਰੁਕੀਆਂ ਨੇ।
ਜਦੋਂ ਬਿਲਕੁਲ ਸਿਰੋਂ ਪਾਣੀ ਲੰਘਣ ਲੱਗਾ ਤੇ ਉੱਥੋਂ ਦੀ ਸਰਕਾਰ ਨੇ ਮੁਲਾਜ਼ਮਾਂ ਦੇ ਉੱਤੇ ਨੋ ਵਰਕ ਨੋ ਪੇ ਦਾ ਰੂਲ ਜਿਹੜਾ ਉਹ ਅਸੂਲ ਲਾਗੂ ਕੀਤਾ। ਕੱਲ ਦੀ ਉੱਥੇ ਬੜੀ ਹੋਣ ਡਈ ਆ ਕਿ ਉੱਥੋਂ ਦੇ ਗਵਰਨਰ ਨੇ ਉੱਥੋਂ ਦੀ ਸਰਕਾਰ ਬਾਰੇ ਕੁਝ ਆਖਿਆ। ਜੇ ਦਿੱਲੀ ਦੇ ਵਿੱਚ ਇੰਨੇ ਹੜ੍ਹ ਆ ਗਏ ਸਨ ਤੇ ਦਿੱਲੀ ਦੇ ਵਿੱਚ ਸਰਕਾਰ ਤਾਂ ਹੁਣ ਹੈ ਨਹੀਂ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਉਹਦੀ ਤੇ ਇੱਕ ਕਲਰਕ ਦੀ ਹੈਸੀਅਤ ਨਹੀਂ ਰਹਿਣ ਦਿੱਤੀ। ਜਦੋਂ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕਰਕੇ ਕਹਿਤਾ ਕਿ ਸਰਕਾਰ ਦਾ ਮਤਲਬ ਲੈਫਟੀਨੈਂਟ ਗਵਰਨਰ ਆ ਔਰ ਸਾਰੇ ਦੇ ਸਾਰੇ ਅਧਿਕਾਰ ਲੈਫਟੀਨੈਂਟ ਗਵਰਨਰ ਕੋਲ ਹੋਣਗੇ, ਇਹਦੇ ਆਖੇ ਤਾਂ ਕੋਈ ਐਸਡੀਓ ਉੱਥੇ ਜਾ ਕੇ ਮੌਕਾ ਵੇਖਣ ਨਹੀਂ ਜਾਂਦਾ। ਉਹ ਕਹਿੰਦੇ ਅਸੀਂ ਨਹੀਂ ਜਾਂਦੇ ਜੀ, ਅਸੀਂ ਲੈਫਟੀਨੈਂਟ ਗਵਰਨਰ ਨੂੰ ਪੁੱਛਾਂਗੇ। ਜਿਹੜੀ ਗੱਲ ਇਹ ਕਹਿੰਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਅਫਸਰ ਅੱਗੋਂ ਸਿਰ ਫੇਰ ਦਿੰਦੇ, ਕਹਿੰਦੇ ਨਹੀਂ ਜੀ ਗਵਰਨਰ ਸਾਹਿਬ ਨੂੰ ਪੁੱਛਾਂਗੇ, ਲੈਫਟੀਨੈਂਟ ਗਵਰਨਰ ਨੂੰ, ਜੇ ਉਹ ਆਖੇ ਤੇ ਕਰਾਂਗੇ, ਨਹੀਂ ਤੇ ਅਸੀਂ ਨਹੀਂ ਕਰਦੇ। ਤੇ ਫਿਰ ਜੇ ਉਸ ਦਿੱਲੀ 'ਚ ਅਮਨ ਕਾਨੂੰਨ ਦੀ ਹਾਲਤ ਵੀ ਵਿਗੜੀ ਪਈ ਆ, ਹੜ੍ਹਾਂ ਨੇ ਵੀ ਬਹੁਤ ਬੁਰਾ ਹਾਲ ਕਰ ਦਿੱਤਾ ਔਰ ਦਿੱਲੀ ਦੇ ਵਿੱਚ ਹੜ੍ਹਾਂ ਦਾ ਬੁਰਾ ਹਾਲ ਕਰਨ ਵਾਸਤੇ ਪਾਣੀ ਉਸ ਪਾਸੋਂ ਛੱਡਿਆ ਗਿਆ ਜਿੱਥੇ ਹਰਿਆਣੇ ਦੀ ਸਰਕਾਰ ਆ ਤੇ ਉਹ ਵੀ ਇਹਨਾਂ ਦੀ ਡਬਲ ਇੰਜਨ ਵਾਲੀ ਸਰਕਾਰ ਆ। ਕਿ ਉੱਥੋਂ ਦੇ ਗਵਰਨਰ ਤੇ ਲੈਫਟੀਨੈਂਟ ਗਵਰਨਰ ਇਹ ਗੱਲਾਂ ਕਰਦੇ ਆ? ਜੇ ਨਹੀਂ ਕਰਦੇ ਤੇ ਸਿਰਫ ਪੰਜਾਬ ਦੇ ਗਵਰਨਰ ਸਾਹਿਬ ਰੋਜ਼ ਸਵੇਰੇ ਉੱਠ ਕੇ ਇੱਕੋ ਹੀ ਪਾਠ ਪੂਜਾ ਸ਼ੁਰੂ ਕਰ ਦਿਆ ਕਰਨ ਕਿ ਪੰਜਾਬ ਦੀ ਸਰਕਾਰ ਬੜੀ ਨਿਕੰਮੀ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਕੱਖ ਨਹੀਂ, ਇਹ ਜੇ ਪ੍ਰਬੰਧ ਕਰਦੇ ਤੇ ਆਹ ਹੋ ਜਾਣਾ ਸੀ, ਆਹ ਹੋ ਜਾਣਾ ਸੀ, ਆਹ ਹੋ ਜਾਣਾ ਸੀ। ਜਿੰਨੀਆਂ ਗੱਲਾਂ ਗਵਰਨਰ ਸਾਹਿਬ ਰੋਜ਼ ਕਹਿੰਦੇ ਨੇ, ਇੰਨੀਆਂ ਗੱਲਾਂ ਕਿਸੇ ਵੀ ਰਾਜ ਦਾ ਕੋਈ ਗਵਰਨਰ ਨਹੀਂ ਕਹਿੰਦਾ। ਗਵਰਨਰ ਦੇ ਕੰਮ ਡੇ ਟੂ ਡੇ ਗੱਲਾਂ ਦੇ ਉੱਤੇ ਟਿੱਪਣੀਆਂ ਕਰਨਾ ਬਿਲਕੁਲ ਨਹੀਂ ਹੁੰਦੇ। ਪਰ ਇੱਥੇ ਗਵਰਨਰ ਸਾਹਿਬ ਇਦਾਂ ਜਿਵੇਂ ਹੌਲੀ ਪੰਜਾਬ ਦੀ ਕਮਾਂਡ ਆਪਣੇ ਹੱਥ ਲੈਣ ਦੀ ਨਾ ਤਿਆਰੀ ਕਰ ਰਹੇ ਹੋਣ, ਪ੍ਰੈਕਟਿਸ ਕਰ ਰਹੇ ਹੋਣ। ਮੇਰਾ ਖਿਆਲ ਹੈ ਇਹ ਸੰਕੇਤ ਚੰਗੇ ਨਹੀਂ ਜਿਹੜੇ ਉਹ ਦੇ ਰਹੇ। ਬਿਲਕੁਲ ਪੰਡ ਸਾਹਿਬ, ਮਸਲਾ ਵੀ ਗੰਭੀਰ ਹੈ ਤੇ ਸੰਕੇਤ ਵੀ ਚੰਗੇ ਨਹੀਂ ਲੱਗਦੇ ਪਏ। ਅੱਗੇ ਵੱਧਦੇ ਹਾਂ, ਗੱਲ ਕਰਨੀ ਹੈ ਅਧਿਆਪਕਾਂ ਦੀ। ਪੰਡ ਸਾਹਿਬ ਕਹਿੰਦੇ ਆ ਕਿ ਅੱਜ 12,500 ਤੋਂ ਵੱਧ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਗਿਆ। 10 ਸਾਲ ਤੋਂ ਉਹ ਇਸ ਇੰਤਜ਼ਾਰ ਵਿੱਚ ਸੀਗੇ। ਪਿਛਲੀਆਂ ਸਰਕਾਰਾਂ ਦਾ ਵੀ ਪ੍ਰਚਾਰ ਇਸ ਵੇਲੇ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ 36,000 ਤੋਂ ਵੱਧ ਕਹਿੰਦੇ ਅਧਿਆਪਕ ਪੱਕੇ ਕਰਨੇ ਆ। ਉਹ ਤੋਂ ਪਿਛਲੀ ਸਰਕਾਰ ਵੀ ਕਹਿੰਦੀ ਸੀ, ਪਰ ਇਹ ਵਾਅਦੇ ਪੂਰੇ ਨਹੀਂ ਕੀਤੇ ਸੀ ਤੇ ਆਮ ਆਦਮੀ ਪਾਰਟੀ ਨੇ ਕਰ ਦਿੱਤੇ। ਕਿਵੇਂ ਦੇਖਦੇ ਜੀ? ਦੇਖੋ, ਉਹ ਸਰਕਾਰਾਂ ਕਹਿੰਦੀਆਂ ਸੀ, ਖਾਸ ਕਰਕੇ ਪਿਛਲੀ ਚਰਨਜੀਤ ਸਿੰਘ ਚੰਨੀ ਵਾਲੀ ਸਰਕਾਰ ਨੇ ਤਾਂ ਬੱਸਾਂ ਦੇ ਉੱਤੇ ਵੀ ਬੋਰਡ ਲਵਾਤੇ ਸੀ ਕਿ ਅਸੀਂ ਕਰਤੇ। ਜਦੋਂ ਉਹਨਾਂ ਨੇ ਲਵਾਏ ਸੀ ਤੇ ਅਸੀਂ ਵੀ ਉਹਨਾਂ ਦੀ ਹਮਾਇਤ ਕੀਤੀ ਸੀ, ਤੁਸੀਂ ਬਹੁਤ ਚੰਗਾ ਕੀਤਾ। ਮਗਰੋਂ ਪਤਾ ਲੱਗਾ ਕਿ ਇੱਕ ਵੀ ਨਹੀਂ ਸੀ ਹੋਇਆ। ਫਿਰ ਉਹਨਾਂ ਨੇ ਇਹ ਬਹਾਨਾ ਲਾਇਆ, ਕਹਿੰਦੇ ਜੀ ਅਸੀਂ ਕਰਕੇ ਤੇ ਫਾਈਲ ਭੇਜ ਦਿੱਤੀ ਸੀ ਤੇ ਗਵਰਨਰ ਸਾਹਿਬ ਨੇ ਦਸਤਖਤ ਨਹੀਂ ਸੀ ਕੀਤੇ। ਜੇ ਦਸਤਖਤ ਨਹੀਂ ਸੀ ਕੀਤੇ ਤੇ ਫਿਰ ਉਹ ਹੋਏ ਕਿੱਦਾਂ? ਆ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 3-4 ਮਹੀਨੇ ਪਹਿਲਾਂ ਕਹਿਤਾ ਅਸੀਂ ਕਰਤੇ, ਅਸੀਂ ਹਮਾਇਤ ਕੀਤੀ। ਮਗਰੋਂ ਪਤਾ ਲੱਗਾ ਕਿ ਅਜੇ ਹੋਏ ਨਹੀਂ, ਹੋਣ ਦੀ ਤਿਆਰੀ ਹੈ, ਇਹਦੇ ਬਾਰੇ ਬਾਕੀ ਪ੍ਰਬੰਧ ਕਰ ਲਏ ਆ ਤੇ ਉਹਨਾਂ ਪ੍ਰਬੰਧਾਂ ਦੇ ਮੁਤਾਬਕ ਜੋ ਕੁਝ ਉਹ ਚੱਲਦਾ ਪਿਆ ਹੋ ਜਾਵੇਗਾ। ਅਸੀਂ ਉੱਤੇ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਸਾਂ ਕਰ ਰਹੇ ਕਿ ਜਦ ਤੱਕ ਸਾਰਾ ਕੁਝ ਹੋ ਨਹੀਂ ਜਾਂਦਾ ਉਹਨਾਂ ਚਿਰ ਤੱਕ, ਜਦ ਤੱਕ ਮੁੰਡਾ ਘੋੜੀ ਨਹੀਂ ਚੜ੍ਹਦਾ ਵਧਾਈਆਂ ਦੇਣ ਦਾ, ਸਗਨ ਪਾਉਣ ਦਾ ਵੀ ਕੀ ਫਾਇਦਾ ਹੋ। ਅਸੀਂ ਉੱਤੇ ਚੁੱਪ ਸਾਂ। ਹੁਣ ਅੱਜ ਜੇ ਸਰਕਾਰ ਨੇ ਉਹਨਾਂ ਸਾਰਿਆਂ ਨੂੰ ਪੱਕੇ ਕਰ ਦਿੱਤਾ ਔਰ ਸਾਰੇ ਪਾਸੇ ਖਬਰ ਵੀ ਆ ਗਈ ਹੈ ਕਿ ਸੱਚੀ ਮੁੱਚੀ ਪੱਕੇ ਹੋ ਗਏ। ਜੇ ਸੱਚਮੁੱਚ ਅੱਜ ਪੱਕੇ ਹੋ ਗਏ ਹੋਣ, ਆਰਡਰ ਰਿਲੀਜ਼ ਹੋ ਗਏ ਹੋਣ, ਤੇ ਮੇਰਾ ਖਿਆਲ ਇਹ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ। ਇਹਨੇ ਪਿਛਲੇ ਸਮੇਂ 'ਚ ਕੁਝ ਹੋਰ ਲੋਕ ਜਿਹੜੇ ਠੇਕੇ ਵਾਲੇ ਕਰਿੰਦੇ ਸੀ ਉਹ ਵੀ ਪੱਕੇ ਕੀਤੇ ਆ। ਜਦੋਂ ਅਸੀਂ ਇਹੋ ਜਿਹੀ ਗੱਲ ਕਹਿੰਦੇ ਆ ਤੇ ਉਸੇ ਵੇਲੇ ਆ ਜਾਂਦਾ ਜੀ ਫਲਾਣੇ ਪਾਸੇ ਵਾਲੇ ਕੀਤੇ ਆ ਤੇ ਫਲਾਣੇ ਵਾਲੇ ਰਹਿ ਗਏ। ਜੇ ਪਿਛਲੀਆਂ ਸਰਕਾਰਾਂ ਨੇ 2007 ਤੋਂ ਲੈ ਕੇ 23 ਤੱਕ 22 ਤੱਕ ਇਹਨਾਂ 15 ਸਾਲਾਂ ਦੇ ਵਿੱਚ ਹਰ ਪਾਸੇ ਠੇਕੇ ਤੇ ਕੰਮ ਕਰਵਾਇਆ ਹੋਵੇ, ਹਰ ਪਾਸੇ ਠੇਕੇ ਦੇ ਕਰਿੰਦੇ ਰੱਖੇ ਹੋਣ, ਜੇ ਸਕੂਲਾਂ ਦੇ ਵਿੱਚ ਵੀ ਟੀਚਰਾਂ ਦੀ ਥਾਂ ਤੇ ਸੇਵਾ ਕਰਮੀ ਰੱਖੇ ਹੋਣ, ਉਹ ਸੇਵਾ ਕਰਮੀ ਬਹੁਤਾ ਪੜ੍ਹਾਉਂਦੇ ਘੱਟ ਸੀ ਤੇ ਆਪਣੇ ਕਰਮਾਂ ਨੂੰ ਵੱਧ ਰੋਂਦੇ ਸੀ, ਉਹਨਾਂ ਨੂੰ ਨਗੂਣੀਆਂ ਤਨਖਾਹਾਂ ਤੇ ਰੱਖਿਆ ਸੀ, ਉਹ ਸਾਰਾ ਬੋਝ ਹੋਣ ਵਾਲੀ ਸਰਕਾਰ ਤੇ ਆ ਕੇ ਪੈਣ ਡਿਆ। ਇਹ ਜਦੋਂ ਇੱਕ ਪਾਸਾ ਕਰਦੇ ਹੋ ਤੇ ਉਸ ਵੇਲੇ ਕਹਿੰਦੇ ਜੀ ਫਲਾਣੇ 10 ਪਾਸੇ ਹੋਰ ਰਹਿ ਗਏ। ਵਾਕਿਆ ਹੀ ਰਹਿੰਦੇ ਆ। ਇਸ ਵੇਲੇ ਵੀ ਅੱਜ ਜਿੰਨੇ ਤੁਸੀਂ ਟੀਚਰ ਕਹਿੰਦੇ ਹੋ ਭਰਤੀ ਕੀਤੇ ਹੋਏ ਸੀਗੇ ਉਹਨਾਂ ਨੂੰ ਪੱਕੇ ਕੀਤਾ, ਮੈਂ ਕਹਿੰਦਾ ਚੰਗਾ ਕੀਤਾ। ਪਰ ਨਾਲ ਹੀ ਸ਼ਾਮ ਤੱਕ ਇਹ ਖਬਰ ਆ ਜਾਣੀ ਆ ਕਿ ਫਲਾਣੇ ਅਜੇ ਰਹਿ ਗਏ ਨੇ। ਵਾਕਿਆ ਹੀ ਰਹਿੰਦੇ ਜਾਂਦੇ, ਕਿਉਂਕਿ ਖਲਾਰਾ ਉਹ ਇੰਨਾ ਜ਼ਿਆਦਾ ਪਾ ਕੇ ਗਏ ਆ ਕਿ ਕੁਝ ਹੋ ਨਹੀਂ ਸਕਦਾ। ਤੁਸੀਂ ਕਿਸੇ ਇੱਕ ਮਹਿਕਮੇ ਦੀ ਰਿਪੋਰਟ ਕਢਾ ਕੇ ਵੇਖ ਲਓ, 2007 ਵਿੱਚ ਜਿੰਨੇ ਪੱਕੇ ਮੁਲਾਜ਼ਮ ਉਸ ਮਹਿਕਮੇ 'ਚ ਕੰਮ ਕਰਦੇ ਸਨ, ਅੱਜ ਉਹਨਾਂ 'ਚੋਂ 40% ਹੋਣਗੇ, ਕਿਉਂਕਿ ਉਹ 3 ਸਰਕਾਰਾਂ, 2 ਅਕਾਲੀ ਭਾਜਪਾ ਦੀਆਂ ਤੇ ਇੱਕ ਕਾਂਗਰਸ ਵਾਲੀ, ਇਹਨਾਂ ਤਿੰਨਾਂ ਦੇ ਵਕਤੇ ਚੱਲਦਾ ਸੀ ਕਿ ਪਹਿਲੇ, ਦੂਜੇ ਤੇ ਤੀਜੇ ਸਾਲ ਵਿੱਚ ਕੋਈ ਭਰਤੀ ਨਹੀਂ ਕਰਨੀ, ਚੌਥੇ ਸਾਲ 'ਚ ਜਾ ਕੇ ਆਖਣਾ ਕਰਨ ਲੱਗੇ ਆ। ਜਿੰਨੇ ਬੰਦੇ 3 ਸਾਲਾਂ 'ਚ ਰਿਟਾਇਰ ਹੋਏ ਆ ਉਹਦਾ ਤੀਜਾ ਹਿੱਸਾ ਮਸਾਂ, ਜੇ 3 ਸਾਲਾਂ 'ਚ 12,000 ਰਿਟਾਇਰ ਹੋਏ ਹੋਣ ਤੇ 4,000 ਭਰਤੀ ਕਰਕੇ ਅਗਲੀਆਂ ਚੋਣਾਂ 'ਚ ਵੋਟਾਂ ਮੰਗ ਕੇ ਤੇ ਫਿਰ ਖਿਸਕ ਜਾਓ, ਅਗਲੇ ਸਾਲ ਆ ਕੇ ਫਿਰ ਭਰਤੀ ਨਾ ਕਰੋ। ਇਹੋ ਕੰਮ 2 ਸਰਕਾਰਾਂ 'ਚ ਅਕਾਲੀ ਭਾਜਪਾ ਨੇ ਕੀਤਾ ਸੀ, ਉਹ ਕਾਂਗਰਸੀਆਂ ਨੇ ਕੀਤਾ ਸੀ। ਪਹਿਲਾਂ ਹਰ ਪਿੰਡ 'ਚ ਇੱਕ ਪਟਵਾਰੀ ਹੁੰਦਾ ਸੀ, ਫਿਰ 2 ਪਿੰਡਾਂ ਦਾ ਇੱਕ ਪਟਵਾਰੀ ਹੋਇਆ, ਹੁਣ 5 ਪਿੰਡਾਂ ਦਾ ਇੱਕ ਪਟਵਾਰੀ ਹੈ। ਸਿਰਫ ਇਸ ਕਰਕੇ ਕਿ ਲੰਮੇ ਸਮੇਂ ਤੋਂ ਪਟਵਾਰੀਆਂ ਦੀ ਭਰਤੀ ਨਹੀਂ ਸੀ ਕੀਤੀ ਗਈ ਤੇ ਉਹਨਾਂ ਦੇ ਉੱਤੇ ਕੰਮ ਬੋਝ ਪਾਈ ਗਏ, ਉਹਨਾਂ ਨੇ ਆਪਣੇ ਨਾਲ ਕੱਚੇ ਪਟਵਾਰੀ ਰੱਖ ਲਏ ਸਨ। ਇਸੇ ਤਰ੍ਹਾਂ ਟੀਚਰਾਂ 'ਚੋਂ ਇੱਕ ਟੀਚਰ ਰਿਟਾਇਰ ਹੋ ਗਿਆ, ਉਹਦੇ ਨਾਲ ਦੇ ਨੂੰ ਕੰਮ ਦੇ ਦਿੱਤਾ। ਜੇ ਸਕੂਲ 'ਚ ਹੈ ਹੀ 2 ਜਣੇ ਸਨ, ਦੋਵੇਂ ਰਿਟਾਇਰ ਹੋ ਗਏ, ਨਾਲ ਦੇ ਸਕੂਲ ਵਾਲਿਆਂ ਨੂੰ ਆਖਿਆ ਇੱਕ ਟੀਚਰ ਘੱਲ ਦਿਓ, ਉਹਨਾਂ ਆਖਿਆ ਜੀ ਸਾਡੇ ਕੋਲ ਤੇ ਹੈ ਹੀ ਇੱਕੋ ਆ। ਉਹਨੂੰ ਕਹਿਤਾ ਕੋਈ ਗੱਲ ਨਹੀਂ, 3 ਦਿਨ ਇੱਥੇ ਪੜ੍ਹਾਇਆ ਕਰ, 3 ਦਿਨ ਉੱਥੇ ਜਾਇਆ ਕਰ। ਇਹ ਕੰਮ ਜਿਹੜਾ ਕਰਨਾ ਸ਼ੁਰੂ ਕੀਤਾ ਸੀ
ਉਹ ਸਾਰੇ ਜਿਹੜੇ ਅਡਾਕ ਅਰੇਂਜਮੈਂਟ ਸੀ, ਸਾਰੇ ਕੱਚੇ ਪੁਲ ਬਣਾ ਕੇ ਆਵਾਜਾਈ ਚਲਾਉਣ ਵਾਲਾ ਢੰਗ ਸੀਗਾ ਇਹਨਾਂ ਦਾ, ਉਹ ਹੁਣ ਸਾਰਾ ਕੁਝ ਇਸ ਵੇਲੇ ਇਸ ਸਰਕਾਰ ਦੇ ਪੱਲੇ ਪੈ ਰਿਹਾ। ਪਿਛਲੀਆਂ ਸਰਕਾਰਾਂ ਗੰਨਾ ਕਿਸਾਨਾਂ ਦੇ ਪੈਸੇ ਰੋਕ ਕੇ ਬੈਠੀਆਂ ਰਹੀਆਂ ਸੀ, ਇਹਨਾਂ ਨੇ ਆ ਕੇ ਗੰਨਾ ਕਿਸਾਨਾਂ ਦੇ ਪੈਸੇ ਵੀ ਦਿੱਤੇ ਆ, ਤੇ ਹੁਣ ਜੇ ਕੋਈ ਬਕਾਇਆ ਹੋਊਗਾ ਤੇ ਇਸ ਵੇਲੇ ਦਾ ਹੋਊਗਾ, ਪੁਰਾਣਾ ਬਕਾਇਆ ਉਹਨਾਂ ਦਾ ਕੋਈ ਨਹੀਂ ਰਹਿਣ ਦਿੱਤਾ। ਜਿਹੜੀ ਬਿਜਲੀ ਮੁਫਤ ਉਹ ਕਰਕੇ ਗਏ ਸੀ, 9000 ਕਰੋੜ ਰੁਪਏ ਦਾ ਬਕਾਇਆ ਉਹ ਛੱਡ ਕੇ ਗਏ ਸੀ, ਇਹਨੇ ਆ ਕੇ ਆਪਣਾ ਬਿਜਲੀ ਮੁਫਤ ਦਾ ਜਿਹੜਾ 20000 ਕਰੋੜ ਸੀ ਉਹ ਵੀ ਦੇ ਦਿੱਤਾ, ਤੇ ਪਿਛਲਿਆਂ ਦਾ ਵੀ ਉਸ 9000 ਕਰੋੜ ਦੇ ਵਿੱਚੋਂ 1800 ਕਰੋੜ ਦੇ ਦਿੱਤਾ, ਨਾਲ ਉਹਦਾ 650 ਕਰੋੜ ਵਿਆਜ ਵੀ ਦੇ ਦਿੱਤਾ। ਉਹ ਉਹਨਾਂ ਦਾ ਉਹ ਜਿਹੜੀ ਚੱਟੀ ਪਈ ਸੀ, ਉਹ ਚੱਟੀਆਂ ਇਹ ਸਰਕਾਰ ਜੇ ਭੁਗਤਦੀ ਪਈ ਆ। ਮੈਂ ਸਮਝਦਾ ਇਹ ਸਰਕਾਰ ਤੇ ਬੋਝ ਹੈਗੇ ਨੇ, ਪਰ ਉਹਨਾਂ ਬੋਝਾਂ ਦੇ ਬਾਵਜੂਦ ਮੁਸ਼ਕਲਾਂ ਇਹਦੀਆਂ ਆਪਣੀ ਥਾਂ। ਲੋਕਾਂ ਨੂੰ ਕੰਮ ਚਾਹੀਦਾ, ਕੰਮ ਇਸ ਕਰਕੇ ਚਾਹੀਦਾ ਕਿਉਂਕਿ ਇਹਨਾਂ ਨੂੰ ਕਿਸੇ ਹਕੀਮ ਨੇ ਨਹੀਂ ਸੀ ਆਖਿਆ ਤੁਸੀਂ ਆਹ ਗੱਲਾਂ ਕਰੋ, ਇਹਨਾਂ ਨੇ ਆਪ ਇਹ ਗਰੰਟੀਆਂ ਦਿੱਤੀਆਂ ਸੀ। ਔਰ ਗਰੰਟੀਆਂ ਦੇਣ ਵਾਸਤੇ ਜਿਹੜਾ ਪੰਜਾਬ ਦਾ ਹੋਣ ਵਾਲਾ ਮੁੱਖ ਮੰਤਰੀ ਹੈ, ਇਹਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਗਰੰਟੀਆਂ ਦਿੱਤੀਆਂ ਸੀ, ਤੇ ਇਹਦੀ ਪਾਰਟੀ ਦੇ ਕੁੱਲ ਆਗੂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਆ ਕੇ ਉਹ ਗਰੰਟੀਆਂ ਦਿੱਤੀਆਂ ਸੀ। ਜੇ ਦਿੱਤੀਆਂ ਕੰਮ ਤੇ ਕਰਨਾ ਹੀ ਪੈਣਾ, ਪਰ ਜਿੰਨਾ ਹੋ ਰਿਹਾ ਉਹਨੂੰ ਸ਼ਾਬਾਸ਼ ਕਹਿ ਕੇ ਬਾਕੀ ਕੰਮਾਂ ਵਾਸਤੇ ਜਿਹੜੇ ਅੜੇ ਥੋੜੇ ਕੰਮ ਆ ਉਹਨਾਂ ਵਾਸਤੇ ਅਸੀਂ ਕਵਾਂਗੇ ਕਿ ਕਿਉਂਕਿ ਤੁਸੀਂ ਗਰੰਟੀਆਂ ਦਿੱਤੀਆਂ ਹੋਈਆਂ, ਕਿਉਂਕਿ ਲੋਕਾਂ ਨਾਲ ਵਾਅਦੇ ਤੁਸੀਂ ਕੀਤੇ ਆ, ਤੁਸੀਂ ਮੁੜ ਕੇ ਇਹ ਕਹਿ ਕੇ ਨਹੀਂ ਸਾਰ ਸਕਦੇ ਕਿ ਪਿਛਲੀਆਂ ਸਰਕਾਰਾਂ ਨੇ ਕੀਤਾ ਕੱਖ ਨਹੀਂ। ਜੇ ਕੀਤਾ ਕੱਖ ਨਹੀਂ ਤੇ ਉਹ ਹੁਣ ਸਰਕਾਰ ਵੀ ਤਾਂ ਨਹੀਂ ਨਾ ਰਹੀ, ਫਿਰ ਲੋਕਾਂ ਨੇ ਮਾਝ ਵੀ ਦਿੱਤੇ ਨਾ। ਹੁਣ ਜਿੰਨੀ ਉਹ ਥੋੜੀ ਗਿਣਤੀ 'ਚ ਰਹਿ ਗਏ, ਜਿਸ ਤਰ੍ਹਾਂ ਉਹਨਾਂ ਲੋਕਾਂ ਨੂੰ ਪਾਸੇ ਬਿਠਾਤਾ ਆਮ ਲੋਕਾਂ ਨੇ, ਉਹ ਆਪਣੀ ਥਾਂ। ਹੁਣ ਜੇ ਤੁਸੀਂ ਉਹਨਾਂ ਬੜੇ ਹਸ਼ਰ ਨੂੰ ਨਹੀਂ ਜਾਣਾ ਚਾਹੁੰਦੇ ਤੇ ਜੋ ਗਰੰਟੀਆਂ ਕੀਤੀਆਂ ਨੇ ਉਹਨਾਂ ਉੱਤੇ ਔਖੇ ਹੋ ਸੌਖੇ ਹੋ ਰੋਂਦੇ ਰਹੋ, ਕੁਝ ਕਰੋ, ਇਹ ਕੰਮ ਤੁਸੀਂ ਕਰਨਾ ਤੁਹਾਨੂੰ ਪੈਣਾ। ਊਠ ਅੜਾਂਦੇ ਹੀ ਲੱਦੀ ਦੇ ਹੁੰਦੇ ਆ, ਤੇ ਕੰਮ ਤੁਹਾਡੇ ਸਿਰ ਤੇ ਬੋਝ ਪਿਆ, ਤੁਹਾਨੂੰ ਕਰਨਾ ਪੈਣਾ। ਜਿੰਨਾ ਕੀਤਾ ਸ਼ਾਬਾਸ਼। ਬਿਲਕੁਲ ਪ੍ਰਿੰਸ ਸਾਹਿਬ, ਗਰੰਟੀਆਂ ਜੇਕਰ ਦਿੱਤੀਆਂ ਪੂਰੀਆਂ ਕਰਨੀਆਂ ਪੈਣੀਆਂ। ਦੂਸਰੇ ਸੂਬਿਆਂ ਦੇ ਵਿੱਚ ਵੀ ਵੋਟਾਂ ਆ ਰਹੀਆਂ ਤੇ ਸਿਲਸਿਲਾ ਉੱਥੇ ਵੀ ਸ਼ੁਰੂ ਹੋ ਗਿਆ। ਅੱਗੇ ਵਧਦੇ ਹਾਂ, ਪ੍ਰਿੰਸ ਸਾਹਿਬ ਗੱਲ ਕਰਨੀ ਹੈ ਈਡੀ ਦੇ ਡਾਇਰੈਕਟਰ ਐਸਕੇ ਮਿਸ਼ਰਾ ਦੀ। ਕਾਰਜਕਾਲ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ। ਕੇਂਦਰ ਸਰਕਾਰ ਸਿਖਰਲੀ ਅਦਾਲਤ ਵਿੱਚ ਪਹੁੰਚੀ ਸੀ ਤੇ ਅਦਾਲਤ ਨੇ ਨਾਲ ਲੱਗਦੀ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਆਖਰੀ ਵਾਰ ਹੈ, ਇਸ ਤੋਂ ਬਾਅਦ ਨਾ ਕਿਉਂ। ਪੰਨੂ ਸਾਹਿਬ, ਇੱਥੇ ਵੱਡਾ ਸਵਾਲ ਇਹ ਉੱਠਦਾ ਪਿਆ ਕਿ ਬਹੁਤ ਸਾਰੇ ਅਫਸਰ ਹੋਰ ਵੀ ਹੋਣਗੇ ਤੇ ਐਸਕੇ ਮਿਸ਼ਰਾ ਦੇ ਉੱਪਰ ਹੀ ਕਿਉਂ ਬਾਜੀ ਖੇਲੀ ਜਾ ਰਹੀ ਹੈ ਜੀ? ਇਹ ਗੱਲ ਕੱਲ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਵੀ ਪੁੱਛੀ ਸੀ ਕਿ ਤੁਸੀਂ ਇੱਕ ਬੰਦੇ ਦੇ ਉੱਤੇ ਮੁੜ ਕੇ ਜ਼ੋਰ ਪਾ ਕੇ ਕਹਿੰਦੇ ਕਿ ਬਸ ਇਹੋ ਹੀ ਚਾਹੀਦਾ, ਇਹਦੇ ਬਿਨਾਂ ਸਾਡਾ ਸਰਦਾ ਨਹੀਂ, ਇਹ ਇੱਕੋ ਹੀ ਬੰਦਾ ਚਾਹੀਦਾ। ਇਹ ਉਦਾਂ ਦੀ ਗੱਲ ਹੈ ਜਿਵੇਂ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਮੁਦਕੀ ਸਭਰਾਵਾਂ 'ਚ ਹੁੰਦੀ ਸੀ ਤੇ ਉਹ ਕਹਿੰਦੇ ਅਸੀਂ ਤੇਜਾ ਸਿੰਘ ਦੀ ਬੜੀ ਉਡੀਕ ਸਾਨੂੰ ਤੇ ਉਹਦੇ ਆਏ ਬਗੈਰ ਨਾ ਲੜਾਂਗੇ ਜੀ, ਤੇ ਤੇਜਾ ਸੋ ਆਇਆ ਨਹੀਂ ਤੇ ਲੜਾਈ ਦਾ ਭੱਠਾ ਬੈਠ ਗਿਆ ਸੀ। ਇੱਥੇ ਵੀ ਮਤਲਬ ਇਹ ਹੈ ਕਿ ਇਸ ਇੱਕ ਬੰਦੇ ਦੇ ਉੱਤੇ ਕੇਂਦਰ ਸਰਕਾਰ ਸਾਰਾ ਹੀ ਜ਼ੋਰ ਲਾਈ ਜਾਂਦੀ ਹੈ, ਸਾਨੂੰ ਇਹ ਬੰਦਾ ਚਾਹੀਦਾ। ਕੱਲ ਇਹਨਾਂ ਨੇ ਜਾ ਕੇ ਸੁਪਰੀਮ ਕੋਰਟ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਉਹ ਬੜੀਆਂ ਹੈਰਾਨ ਕਰਨ ਵਾਲੀਆਂ। ਜਦੋਂ ਪੈਗਾਸਸ ਦਾ ਮਾਮਲਾ ਆਇਆ ਸੀ, ਜਸੂਸੀ ਕਾਂਡ ਦਾ, ਉੱਥੇ ਵੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਮਾਮਲਾ ਸਿਕਿਉਰਿਟੀ ਦਾ, ਅਸੀਂ ਜੱਜ ਸਾਹਿਬਾਨ ਨੂੰ ਬੇਨਤੀ ਕਰਾਂਗੇ ਕਿ ਸਾਡੇ ਤੋਂ ਸੁਰੱਖਿਆ ਦਾ ਸਵਾਲ ਹੈ, ਇਹਨਾਂ ਗੱਲਾਂ ਬਾਰੇ ਨਾ ਪੁੱਛੋ, ਤੁਸੀਂ ਸਿਰਫ ਪ੍ਰਵਾਨਗੀ ਦੇ ਦਿਓ। ਤੇ ਸੁਪਰੀਮ ਕੋਰਟ ਨੇ ਆਖਿਆ ਜੇ ਸੁਰੱਖਿਆ ਦਾ ਸਵਾਲ ਹੈ ਤੇ ਅਸੀਂ ਨਹੀਂ ਦਖਲ ਦਿੰਦੇ। ਜਦੋਂ ਰਾਫੇਲ ਜਹਾਜ਼ਾਂ ਦਾ ਮਾਮਲਾ ਆਇਆ ਸੀ, ਉੱਥੇ ਵੀ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੀ ਇੱਕੋ ਦਲੀਲ ਸੀ ਕਿ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ। ਕਿਉਂਕਿ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ, ਇਸ ਕਰਕੇ ਸੁਪਰੀਮ ਕੋਰਟ ਦੇ ਵਿੱਚ ਸਾਡੇ ਤੋਂ ਸਵਾਲ ਨਾ ਪੁੱਛੋ, ਸੁਰੱਖਿਆ ਦਾ ਮੁੱਦਾ ਸਾਨੂੰ ਪ੍ਰਵਾਨਗੀ ਦੇ ਦਿਓ। ਤੇ ਸੁਪਰੀਮ ਕੋਰਟ ਤੋਂ ਉਦੋਂ ਵੀ ਸੁਰੱਖਿਆ ਦੇ ਸਵਾਲ ਦੇ ਉੱਤੇ ਪ੍ਰਵਾਨਗੀ ਲੈ ਲਈ ਸੀ। ਹੁਣ ਜਦੋਂ ਇਹ ਮੁੱਦਾ ਉੱਠਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਜਿਹੜਾ ਮੁਖੀ ਹੈ, ਡਾਇਰੈਕਟਰ, ਉਹਦੇ ਕਾਰਜਕਾਲ 'ਚ ਵਾਧਾ ਕਰਨਾ, ਆ 2 ਹਫ਼ਤੇ ਪਹਿਲਾਂ ਸੁਪਰੀਮ ਕੋਰਟ ਬੜਾ ਸਪਸ਼ਟ ਕਹਿ ਚੁੱਕੀ ਸੀ ਕਿ ਇਹ ਅਹੁਦਾ ਇਹਦੇ ਵਿੱਚ ਵਾਧਾ ਇਹ ਗੈਰ ਕਾਨੂੰਨੀ ਕੰਮ ਹੈ। ਜੇ ਤੁਸੀਂ ਅੱਗੇ ਕੀਤਾ ਤਾਂ ਵੀ ਗਲਤ ਹੈ ਤੇ ਹੁਣ ਕਰਾਉਣਾ ਚਾਹੁੰਦੇ ਤਾਂ ਵੀ ਗਲਤ ਹੈ, ਇਹ ਨਹੀਂ ਕਰਨਾ ਚਾਹੀਦਾ। ਇਹ 2 ਹਫ਼ਤੇ ਬਾਅਦ ਫਿਰ ਉੱਥੇ ਚਲੇ ਗਏ, ਜਾ ਕੇ ਕਹਿਤਾ 26 ਤਰੀਕ ਨੂੰ ਕਿ 28 ਤੱਕ ਇਹ ਕੰਮ ਕਰਨਾ ਹੀ ਪੈਣਾ ਜੀ। ਕਾਰਨ ਕੀ ਹੈ ਕਿ ਇੰਟਰਨੈਸ਼ਨਲ ਲੈਵਲ ਦੀ ਜੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ FATF, ਉਹਨੇ ਅੱਗੇ ਪਾਕਿਸਤਾਨ ਨੂੰ ਕੁਝ ਹੋਰ ਦੇਸ਼ਾਂ ਨੂੰ ਗ੍ਰੇ ਲਿਸਟ ਵਿੱਚ ਪਾਇਆ। ਉਹ ਦੇਸ਼ ਭਾਰਤ ਨੂੰ ਵੀ ਗ੍ਰੇ ਲਿਸਟ ਵਿੱਚ ਪਾਉਣਾ ਚਾਹੁੰਦੇ ਆ। ਉਹਦੇ ਵਿੱਚੋਂ ਸਿਰਫ ਇੱਕੋ ਬੰਦਾ ਇਹੋ ਬਚਾ ਸਕਦਾ, ਕਿਉਂਕਿ ਇਹਨੂੰ ਸਾਰੀਆਂ ਗੱਲਾਂ ਦਾ ਪਤਾ, ਜੇ ਪਾਸੇ ਹਿੱਲ ਗਿਆ ਤੇ ਅਗਲੇ ਮਹੀਨੇ ਉਹਦੀ ਮੀਟਿੰਗ ਹੈ, ਸਾਡਾ ਨੁਕਸਾਨ ਬਹੁਤ ਹੋਊਗਾ, ਦੇਸ਼ ਦੀ ਸੁਰੱਖਿਆ ਦਾ ਮਾਮਲਾ। ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ 'ਚ ਇੱਕ ਵਾਰੀ ਛੋਟ ਦੇ ਦਿੱਤੀ ਹੈ, ਪਰ ਛੋਟ ਦੇਣ ਦੇ ਨਾਲ ਇਹ ਸਪਸ਼ਟ ਕਰ ਦਿੱਤਾ ਕਿ ਕਿਉਂਕਿ ਇਹ ਐਕਸਟੈਂਸ਼ਨ ਜਿਹੜੀ ਆ ਤੁਸੀਂ ਗੈਰ ਕਾਨੂੰਨੀ ਕੀਤੀ ਹੈ, ਇਸ ਐਕਸਟੈਂਸ਼ਨ ਦੇਣ ਦੇ ਗੈਰ ਕਾਨੂੰਨੀ ਫੈਸਲੇ ਉੱਤੇ ਸਾਡੇ ਤੋਂ ਇੱਕ ਵਾਰ ਤੇ ਪ੍ਰਵਾਨਗੀ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਪਰ ਮੁੜ ਨਹੀਂ ਮਿਲਣੀ। ਕਾਠ ਦੀ ਹਾਂਡੀ ਮੁੜ ਕੇ ਨਹੀਂ ਚੜ੍ਹਦੀ ਹੁੰਦੀ। ਅਗਲੀ ਵਾਰੀ ਤੋਂ ਬਾਅਦ ਇਹੋ ਜਿਹੀ ਅਰਜ਼ੀ ਲੈ ਕੇ ਸਾਡੇ ਕੋਲ ਬਿਲਕੁਲ ਨਾ ਆਇਓ, ਇਹਨੂੰ ਤੁਸੀਂ ਆਖਰੀ ਵਾਅਦਾ ਸਮਝੋ। ਮੈਂ ਸਮਝਦਾ ਸੁਪਰੀਮ ਕੋਰਟ ਨੇ ਐਕਸਟੈਂਸ਼ਨ ਦੇ ਦਿੱਤੀ, ਚਲੋ ਜੋ ਵੀ ਹਾਲਾਤ ਹੋਣ, ਪਰ ਆਹ ਜਿਹੜੀ ਗੱਲ ਕਹਿਤੀ ਆ ਇਹਦੇ ਉੱਤੇ ਹੁਣ ਸੁਪਰੀਮ ਕੋਰਟ ਨੂੰ ਅੜ ਜਾਣਾ ਚਾਹੀਦਾ ਕਿ ਇਸ ਤੋਂ ਬਾਅਦ ਹੋਰ ਕਿਸੇ ਕਿਸਮ ਦੀ ਕੋਈ ਐਕਸਟੈਂਸ਼ਨ ਇਹੋ ਜਿਹੇ ਕਿਸੇ ਅਫਸਰ ਨੂੰ ਨਹੀਂ ਮਿਲੇਗੀ। ਔਰ ਸੁਪਰੀਮ ਕੋਰਟ ਦਾ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਇਹਦੇ ਨਾਲ ਇਹ ਵੀ ਪ੍ਰਭਾਵ ਜਾਂਦਾ ਕਿ ਸਾਰੀ ਦੀ ਸਾਰੀ ਐਨਫੋਰਸਮੈਂਟ ਡਾਇਰੈਕਟੋਰੇਟ 'ਚ, ਐਡੇ ਵੱਡੇ ਮਹਿਕਮੇ 'ਚ, ਐਡੇ ਅਹਿਮ ਕੰਮਾਂ ਨੂੰ ਸੰਭਾਲਣ ਵਾਲੇ ਮਹਿਕਮੇ ਦੇ ਵਿੱਚ ਇੱਕੋ ਹੀ ਬੰਦਾ ਸਿਰਫ ਕੰਮਦਾ ਰਹਿ ਗਿਆ, ਬਾਕੀ ਸਭ ਨਲਾਇਕਾਂ ਦੀ ਫੌਜ ਆ। ਨਲਾਇਕ ਨਹੀਂ ਗੇ, ਉੱਥੇ ਵੀ ਇੱਕ ਤੋਂ ਇੱਕ ਸਿਆਣੇ ਆ, ਪਰ ਜਿਹੜਾ
ਬਹੁਤ ਪਸੰਦੀਦਾ ਅਫਸਰ ਆ ਉਹ ਕੋਈ ਇੱਕ ਅੱਧਾ ਹੀ ਹੁੰਦਾ। ਬਿਲਕੁਲ ਪੰਨੂ ਸਾਹਿਬ, ਅੱਗੇ ਵਧਦੇ ਆ ਪੰਨੂ ਸਾਹਿਬ। ਪਾਰਲੀਮੈਂਟ ਵਿੱਚ ਸਰਕਾਰ ਨੇ ਕੁਝ ਅੰਕੜੇ ਪੇਸ਼ ਕੀਤੇ ਆ ਜੀ, ਇਹ ਬੜੇ ਹੈਰਾਨ ਕਰਦੇ ਨੇ ਕਿ 3.25 ਲੱਖ ਬੱਚੇ ਦੇਸ਼ ਦੇ ਵਿੱਚੋਂ ਗਾਇਬ ਹੋ ਗਏ ਨੇ। ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਗਾਇਬ ਕਿੱਥੇ ਹੋ ਜਾਂਦੇ ਆ? ਤਸਕਰੀ ਚੱਲਦੀ ਕੋਈ? ਦੇਖੋ, ਬੱਚਿਆਂ ਦੀ ਤਸਕਰੀ ਵੀ ਚੱਲਦੀ ਹੈ ਤੇ ਹਰ ਸਾਲ ਹੀ ਬੱਚੇ ਗੁੰਮ ਹੁੰਦੇ। ਬੱਚਾ ਤਾਂ ਇੱਕ ਵੀ ਗੁੰਮ ਹੋਵੇ ਤੇ ਉਹਦੇ ਸਾਰਿਆਂ ਨੂੰ ਦੁੱਖ ਹੋਣਾ ਚਾਹੀਦਾ। ਅਸੀਂ 2 ਦਿਨ ਪਹਿਲਾਂ ਅਜੇ ਗੱਲ ਕਰਕੇ ਹਟੇ ਹਾਂ, ਕੱਲ ਹੀ ਅਜੇ ਗੱਲ ਕੀਤੀ ਹੈ ਕਿ ਇੱਥੇ ਭਾਰਤ ਦੇ ਵਿੱਚੋਂ ਵੱਖ-ਵੱਖ ਸੂਬਿਆਂ 'ਚੋਂ ਲੜਕੀਆਂ ਤੇ ਔਰਤਾਂ ਗੁੰਮ ਹੁੰਦੀਆਂ ਤੇ ਹਜ਼ਾਰਾਂ ਦੀ ਗਿਣਤੀ 'ਚ ਹੋ ਰਹੀਆਂ ਨੇ। ਅਸੀਂ ਇਹ ਵੀ ਦੱਸਿਆ ਸੀ ਕਿ ਸਭ ਤੋਂ ਵੱਧ ਦਿੱਲੀ 'ਚੋਂ ਗੁੰਮ ਹੁੰਦੀਆਂ ਨੇ, ਉਸ ਤੋਂ ਬਾਅਦ ਦੂਜਾ ਨੰਬਰ ਗੁਜਰਾਤ ਆ, ਫਿਰ ਹਿਮਾਚਲ ਹੈ ਤੇ ਪੰਜਾਬ ਜਿਹੜਾ ਜਿਹਦੀ ਬਦਨਾਮੀ ਬਹੁਤ ਕਰਦੇ ਉਹਦੇ ਵਿੱਚ ਬਹੁਤ ਘੱਟ ਹੋਈਆਂ। ਤੇ ਸਾਨੂੰ ਉਹਨਾਂ ਦਾ ਵੀ ਦੁੱਖ ਹੈ ਕਿ ਇੱਥੋਂ ਕਿਉਂ ਘੱਟ ਹੋਈਆਂ, ਇੱਥੇ ਮਤਲਬ ਇੱਥੋਂ ਕਿਉਂ ਗੁੰਮ ਹੋਈਆਂ, ਇੱਕ ਵੀ ਕਿਉਂ ਗਾਇਬ ਹੋਈ ਹੋਵੇ। ਕਿਸੇ ਦੀ ਧੀ ਭੈਣ ਦਾ ਸਵਾਲ ਹੈ, ਇਸ ਕਰਕੇ ਇੱਥੇ ਗਾਇਬ ਨਹੀਂ ਹੋਣੀਆਂ ਚਾਹੀਦੀਆਂ। ਹੁਣ ਸਵਾਲ ਬੱਚਿਆਂ ਦਾ, ਸਰਕਾਰ ਨੇ ਪਾਰਲੀਮੈਂਟ 'ਚ ਮੰਨ ਲਿਆ ਕਿ ਬਹੁਤ ਸਾਰੇ ਬੱਚੇ ਗਾਇਬ ਹੋਏ। 5 ਸਾਲਾਂ 'ਚ 3.25 ਲੱਖ ਬੱਚੇ ਗਾਇਬ ਹੋ ਗਏ ਨੇ। ਇਹ ਬਹੁਤ ਵੱਡੀ ਗੱਲ ਹੈ ਔਰ ਸ਼ਰਮਨਾਕ ਗੱਲ ਹੈ ਕਿ ਇੰਨੇ ਬੱਚੇ ਉੱਥੋਂ ਗਾਇਬ ਹੋ ਜਾਣ। ਇਹਦੇ ਤੋਂ ਬਾਅਦ ਹੁਣ ਅਗਲੀ ਗਿਣਤੀ ਜਿਹੜੀ ਆਈ ਹੈ ਸਾਹਮਣੇ, ਉਹ ਇਹ ਹੈ ਕਿ ਜਿਹੜੇ ਮੱਧ ਪ੍ਰਦੇਸ਼ ਨੂੰ ਇਹ ਬੜੀ ਮਿਸਾਲੀ ਸਰਕਾਰ ਦੇ ਤੌਰ ਤੇ ਪੇਸ਼ ਕਰਦੇ ਆ। ਡਬਲ ਇੰਜਨ ਦੀ ਸਰਕਾਰ ਆ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੇਰਾ ਖਿਆਲ ਪਿਛਲੇ 20 ਸਾਲਾਂ ਤੋਂ ਮੁੱਖ ਮੰਤਰੀ ਤੁਰਿਆ ਆਉਣ ਡਿਆ। ਉਹਦੇ ਹੁੰਦਿਆਂ 20 ਤੋਂ ਕਿਉਂ ਮੇਰੇ ਖਿਆਲ ਇਹ ਤੋਂ ਵੀ ਜ਼ਿਆਦਾ ਸਮੇਂ ਤੋਂ ਤੁਰਿਆ ਆਉਣ ਡਿਆ ਤੇ ਉਹਦੇ ਹੁੰਦਿਆਂ ਇਸ ਵੇਲੇ ਜਿੰਨੇ ਬੱਚੇ ਗੁੰਮ ਹੋਏ ਆ, ਜਿਹੜੇ 3.25 ਲੱਖ ਆ, ਇਹਦੇ ਚੋਂ 61,000 ਬੱਚੇ ਤਾਂ ਉਸ ਇਕੱਲੇ ਇੱਕੋ ਸੂਬੇ ਦੇ ਵਿੱਚੋਂ ਹੀ ਮਤਲਬ ਗੁੰਮ ਹੋ ਗਏ ਨੇ। ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਵਾਲੀ ਗੱਲ ਆ। ਦੂਸਰਾ ਨੰਬਰ ਪੱਛਮੀ ਬੰਗਾਲ ਦਾ, ਪਰ ਪੱਛਮੀ ਬੰਗਾਲ ਦਾ ਦੂਸਰਾ ਕਹਿਣ ਲੱਗਿਆ, ਦੂਸਰਾ ਕਹਿ ਹੀ ਦੇਈਦਾ। ਪੱਛਮੀ ਬੰਗਾਲ ਦੇ ਵਿੱਚ ਪਾਰਲੀਮੈਂਟ ਦੀਆਂ 42 ਸੀਟਾਂ ਨੇ ਤੇ ਮੱਧ ਪ੍ਰਦੇਸ਼ ਦੇ ਵਿੱਚ 29 ਨੇ। ਮੱਧ ਪ੍ਰਦੇਸ਼ ਛੋਟਾ, ਇਹ ਛੋਟੇ ਦੇ ਵਿੱਚ 61,000 ਬੱਚੇ ਗੁੰਮ ਹੋ ਜਾਣ ਤੇ ਪੱਛਮੀ ਬੰਗਾਲ 'ਚ 49,000 ਹੋਣ। ਇਹ ਫਿਰ ਸ਼ਿਵ ਸੈਨਾ ਮਾਫ ਕਰਨਾ ਜਿਹੜੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਹੈ, ਮੱਧ ਪ੍ਰਦੇਸ਼ ਸਰਕਾਰ ਆ, ਉਹਦੇ ਵਾਸਤੇ ਸ਼ਰਮਨਾਕ ਸਥਿਤੀ ਹੈ। ਅੱਗੋਂ ਵੀ ਸੁਣਨ ਵਾਲੀ ਗੱਲ ਇਹ ਆ ਕਿ ਬੜਾ ਰੌਲਾ ਪੈਂਦਾ ਡਬਲ ਇੰਜਨ ਦਾ। ਉੜੀਸਾ ਦਾ ਨੰਬਰ 3, ਕਰਨਾਟਕ ਜਿੱਥੇ ਪਿਛਲੇ ਸਾਲ ਤੱਕ ਦੇ ਅੰਕੜੇ ਉਦੋਂ ਭਾਜਪਾ ਸਰਕਾਰ ਹੁੰਦੀ ਸੀ, ਉੱਥੇ 4ਥੇ ਨੰਬਰ ਤੇ ਬੱਚੇ ਗੁੰਮ ਹੋਏ ਆ। 5ਵਾਂ ਨੰਬਰ ਗੁਜਰਾਤ ਦਾ, 6ਵਾਂ ਦਿੱਲੀ ਦਾ ਜਿੱਥੇ ਸਰਕਾਰ ਦਾ ਕੰਟਰੋਲ ਕੇਂਦਰ ਸਰਕਾਰ ਦੇ ਕੋਲ ਆ, ਤੇ 7ਵਾਂ ਜਿਹੜਾ ਉਹ ਛੱਤੀਸਗੜ੍ਹ ਦਾ ਜਿੱਥੇ ਕਾਂਗਰਸ ਦੀ ਸਰਕਾਰ ਆ। ਇਹਨਾਂ 7 ਸੂਬਿਆਂ ਕੋਲ ਰਲਾ ਕੇ 78% ਬੱਚੇ ਗੁੰਮ ਹੋਇਆ ਤੇ ਬਾਕੀ 22% ਬੱਚੇ 20 ਰਾਜਾਂ 'ਚ ਗੁੰਮ ਹੋਣ ਰਹੇ ਆ। ਇਹ ਤੋਂ ਪਤਾ ਲੱਗ ਜਾਂਦਾ ਕਿ ਇਹਨਾਂ ਰਾਜਾਂ ਦੀ ਕਾਰਕਰਦਗੀ ਕੀ ਹੈ ਔਰ ਬੱਚਿਆਂ ਦੇ ਮਾਮਲੇ 'ਚ ਕਿੰਨੀ ਲਾਪਰਵਾਹੀ ਚੱਲਦੀ ਪਈ ਹੈ। ਧਿਆਨ ਦੇਣ ਦੀ ਲੋੜ ਹੈ। ਬਿਲਕੁਲ ਪੰਨੂ ਸਾਹਿਬ, ਵੱਡੀ ਲਾਪਰਵਾਹੀ ਹੈ। ਦੇਖਦੇ ਪ੍ਰਸ਼ਾਸਨ ਕੀ ਕਦਮ ਚੁੱਕਦਾ। ਬਾਕੀ ਤੁਸੀਂ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਮਿਹਰਬਾਨੀ, ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।